Hello students, in this video we will discuss absolute error and one example related to this and also discuss accuracy and precision. So what is absolute error? Absolute error ਕੀ ਹੁੰਦਾ ਜੇ ਆਪਾਂ ਟਰੂ ਵੈਲਿਊ ਦੇ ਵਿੱਚੋਂ ਐਕਸਪੈਰੀਮੈਂਟਲ ਵੈਲਿਊ ਮਾਈਨਸ ਕਰ ਦਈਏ ਤਾਂ ਆਪਣੇ ਕੋਲ ਕੀ ਆ ਜਾਂਦਾ ਐਬਸੋਲੂਟ ਐਰਰ। ਹੁਣ ਦੇਖੋ ਟਰੂ ਵੈਲਿਊ ਆਪਾਂ ਕਿਹਨੂੰ ਮੰਨਿਆ ਕਰਾਂਗੇ, ਆਪਾਂ ਕੋਈ ਵੀ ਐਗਜ਼ਾਮਪਲ ਲਵਾਂਗੇ, ਠੀਕ ਆ। ਉਸ ਦੇ ਵਿੱਚ ਕੀ ਕਰਾਂਗੇ, ਆਪਾਂ ਜਿੰਨੀਆਂ ਵੀ ਐਕਸਪੈਰੀਮੈਂਟਲ ਵੈਲਿਊਜ਼ ਹੋਣਗੀਆਂ ਉਹਨਾਂ ਸਾਰਿਆਂ ਦਾ ਆਪਾਂ ਕੀ ਕਰ ਲਾਂਗੇ ਐਵਰੇਜ, ਠੀਕ ਆ। ਐਵਰੇਜ ਇਹਨੂੰ ਮੀਨ ਵੀ ਕਹਿ ਦਿੰਦੇ ਆਪਾਂ। ਹੁਣ ਦੇਖੋ ਕਿਵੇਂ ਕਰਦੇ ਹੁੰਦੇ ਆਪਾਂ ਐਵਰੇਜ, ਕਿ ਜਿੰਨੀਆਂ ਵੀ ਵੈਲਿਊਜ਼ ਹੋਣਗੀਆਂ ਉਹਨਾਂ ਦਾ ਸਮ ਡਿਵਾਈਡ ਬਾਈ ਨੰਬਰ ਆਫ ਵੈਲਿਊਜ਼। ਜਿੰਨੀਆਂ ਵੀ ਵੈਲਿਊਜ਼ ਉਹਨਾਂ ਦਾ ਸਮ ਕਰਕੇ ਉਹਨੂੰ ਨੰਬਰ ਆਫ ਵੈਲਿਊਜ਼ ਨਾਲ ਡਿਵਾਈਡ ਕਰ ਦਾਂਗੇ। ਉਹ ਆਪਣੇ ਕੋਲ ਕੀ ਆ ਜਾਊਗਾ ਟਰੂ ਵੈਲਿਊ, ਜਾਂ ਉਹਨੂੰ ਆਪਾਂ ਮੀਨ ਕਹਿ ਦਿੰਦੇ ਹਾਂ, ਜਾਂ ਆਪਣੀ ਉਹ ਟਰੂ ਵੈਲਿਊ ਹੋਊਗੀ। ਹੁਣ ਐਬਸੋਲੂਟ ਐਰਰ ਕੀ ਹੋ ਗਿਆ, ਐਬਸੋਲੂਟ ਐਰਰ ਨੂੰ ਆਪਾਂ ਡੈਲਟਾ ਦੇ ਨਾਲ ਡਿਨੋਟ ਕਰਦੇ ਹਾਂ। ਡੈਲਟਾ ਏ ਇਕੁਅਲ ਟੂ ਮੀਨ ਵੈਲਿਊ, ਜਿਹਨੂੰ ਆਪਾਂ ਟਰੂ ਵੈਲਿਊ ਕਿਹਾ, ਉਹਦੇ ਵਿੱਚੋਂ ਆਪਾਂ ਕੀ ਕਰਾਂਗੇ ਐਵਰੇਜ ਜੋ ਵੀ ਐਕਸਪੈਰੀਮੈਂਟਲ ਵੈਲਿਊ ਹੋਊਗੀ ਆਪਣੇ ਕੋਲ ਉਹ ਕੀ ਕਰ ਦਾਂਗੇ ਮਾਈਨਸ ਕਰ ਦਾਂਗੇ। ਹੁਣ ਦੇਖੋ ਜਿੰਨੀਆਂ ਵੀ ਆਪਣੇ ਕੋਲ ਐਕਸਪੈਰੀਮੈਂਟਲ ਵੈਲਿਊਜ਼ ਹੋਣਗੀਆਂ ਆਪਾਂ ਕੀ ਕਰਾਂਗੇ ਉਹਨੂੰ ਵਾਰ-ਵਾਰ ਉਸ ਮੀਨ ਵੈਲਿਊ ਦੇ ਵਿੱਚੋਂ ਸਬਟਰੈਕਟ ਕਰੀ ਜਾਵਾਂਗੇ। ਉਹਨੇ ਨੰਬਰ ਆਫ ਐਰਰਸ ਆਪਣੇ ਕੋਲ ਐਬਸੋਲੂਟ ਐਰਰ, ਉਹਨੇ ਨੰਬਰ ਆਫ ਐਬਸੋਲੂਟ ਐਰਰ ਆਪਣੇ ਕੋਲ ਆ ਜਾਣਗੇ। ਹੁਣ ਨੈਕਸਟ ਆਪਾਂ ਮੀਨ ਐਬਸੋਲੂਟ ਐਰਰ ਦੀ ਗੱਲ ਕਰਾਂਗੇ। ਮੀਨ ਐਬਸੋਲੂਟ ਐਰਰ ਜਿੰਨੇ ਵੀ ਆਪਣੇ ਕੋਲ ਆ ਐਬਸੋਲੂਟ ਐਰਰ ਆਉਣਗੇ, ਹੁਣ ਇਹਨਾਂ ਦਾ ਮੀਨ ਕਰਨਾ, ਜਿੰਨੇ ਵੀ ਹੋਣਗੇ ਉਹਨਾਂ ਸਾਰਿਆਂ ਦਾ ਸਮ ਡਿਵਾਈਡ ਬਾਈ ਜਿੰਨੇ ਨੰਬਰ ਆਫ ਐਬਸੋਲੂਟ ਐਰਰ ਹੋਣਗੇ ਉਹਦੇ ਨਾਲ ਡਿਵਾਈਡ ਕਰ ਦਾਂਗੇ। ਇਹਦੇ 'ਚ ਇਹ ਧਿਆਨ ਰੱਖਣਾ ਹਰੇਕ ਦਾ ਆਪਾਂ ਮੋਡੂਲਸ ਲਵਾਂਗੇ। ਫਿਰ ਨੈਕਸਟ ਜੋ ਆਪਣੇ ਕੋਲ ਆ ਉਹ ਰੈਲੇਟਿਵ ਐਰਰ, ਜਾਂ ਆਪਾਂ ਫ੍ਰੈਕਸ਼ਨਲ ਐਰਰ ਵੀ ਕਹਿ ਦਿੰਦੇ ਹਾਂ। ਹੁਣ ਰੈਲੇਟਿਵ ਐਰਰ ਜਾਂ ਫ੍ਰੈਕਸ਼ਨਲ ਐਰਰ, ਇਹਨੂੰ ਆਪਾਂ ਇਹ ਵੀ ਡੈਲਟਾ ਦਾ ਸਿੰਬਲ ਹੀ ਆ। ਇਹ ਡੈਫੀਨੇਸ਼ਨ ਕਿ ਆਪਣੇ ਕੋਲ ਮੀਨ ਐਬਸੋਲੂਟ ਐਰਰ ਆਹ ਵਾਲੀ ਜਿਹੜੀ ਵੈਲਿਊ ਆਊਗੀ ਡਿਵਾਈਡ ਕਰ ਦੇਣਾ ਉਹਨੂੰ ਆਪਾਂ ਮੀਨ ਵੈਲਿਊ ਦੇ ਨਾਲ, ਜਿਹੜੀ ਆਪਣੀ ਰੀਅਲ ਵੈਲਿਊ ਆ। ਇਸ ਨੂੰ ਆਪਾਂ ਕੀ ਕਹਿ ਦਿੰਦੇ ਆ ਰੈਲੇਟਿਵ ਐਰਰ ਜਾਂ ਫ੍ਰੈਕਸ਼ਨਲ ਐਰਰ। ਫਿਰ ਆਪਣੇ ਕੋਲ ਆ ਜਾਂਦਾ ਪਰਸੈਂਟੇਜ ਐਰਰ। ਪਰਸੈਂਟੇਜ ਐਰਰ ਸਿੰਪਲ ਆ, 100 ਦੇ ਨਾਲ ਮਲਟੀਪਲਾਈ ਕਰ ਦਾਂਗੇ। ਹੁਣ ਇਸੇ ਦੇ ਨਾਲ ਰਿਲੇਟਡ ਆਪਣੇ ਕੋਲ ਇੱਕ ਐਗਜ਼ਾਮਪਲ ਆ, ਦੇਖੋ ਕੀ ਹੈ ਐਗਜ਼ਾਮਪਲ, ਉਹ ਦਾ ਡਾਇਆਮੀਟਰ ਆਫ ਏ ਵਾਇਰ। ਆਪਣੇ ਕੋਲ ਕੋਈ ਵਾਇਰ ਆ, ਉਹਦਾ ਡਾਇਆਮੀਟਰ ਆਪਾਂ ਕਿਸੇ ਇੰਸਟਰੂਮੈਂਟ ਜਿਹਦਾ ਨਾਂ ਕੀ ਹੈ ਸਕਰੂ ਗੇਜ, ਉਹਦੇ ਨਾਲ ਮੈਜ਼ਰ ਕੀਤਾ। ਆਪਣੇ ਕੋਲ ਆ ਡਿਫਰੈਂਟ ਵੈਲਿਊਜ਼ ਆ ਗਈਆਂ 5। ਆਪਾਂ ਕੈਲਕੂਲੇਟ ਕਰਨਾ ਵਾ ਐਬਸੋਲੂਟ ਐਰਰ, ਮੀਨ ਐਬਸੋਲੂਟ ਐਰਰ ਤੇ ਫ੍ਰੈਕਸ਼ਨਲ ਜਾਂ ਰੈਲੇਟਿਵ ਐਰਰ। ਸਾਰਿਆਂ ਨਾਲੋਂ ਪਹਿਲਾਂ ਆਪਾਂ ਕੀ ਕਿਹਾ ਸੀ, ਆਪਾਂ ਇਹਨਾਂ ਜਿੰਨੀਆਂ ਵੀ ਵੈਲਿਊਜ਼ ਆ 5 ਆ, 5 ਵੈਲਿਊਜ਼ ਦਾ ਮੀਨ ਕਰਾਂਗੇ। ਸਿੰਪਲ ਆ ਫਾਰਮੂਲਾ, ਦੇਖੋ ਮੀਨ ਕਿਵੇਂ ਕੱਢਦੇ ਹੁੰਦੇ ਆ। ਡਾਇਆਮੀਟਰ ਨੂੰ ਆਪਾਂ ਡੀ ਦੇ ਨਾਲ ਡਿਨੋਟ ਕਰ ਲੈਂਦੇ ਆ, ਡੀ ਬਾਰ ਸਾਰੀਆਂ ਦਾ ਸਮ। ਫਸਟ ਵੈਲਿਊ 3.28 ਪਲੱਸ 1.330 ਪਲੱਸ 1.325, ਫੋਰਥ ਵੈਲਿਊ 1.326 ਪਲੱਸ 1.334 ਡਿਵਾਈਡ ਬਾਈ ਕਿੰਨੀਆਂ ਵੈਲਿਊਜ਼ ਆ ਇਹ, ਦੇਖੋ 5 ਆ ਨਾ, ਡਿਵਾਈਡ ਬਾਈ 5 ਆ ਜਾਊਗਾ ਆਪਣੇ ਕੋਲ। ਉਸ ਤੋਂ ਬਾਅਦ ਆਪਣਾ ਮੇਨ ਕੰਮ ਕੀ ਆ, ਇਹਨਾਂ ਦਾ ਮੀਨ ਕੱਢਣਾ, ਠੀਕ ਆ। ਸਾਰਿਆਂ ਦਾ ਸਮ ਕਰਕੇ ਡਿਵਾਈਡ ਬਾਈ 5 ਕਰ ਦੇਣਾ। ਆਪਣੇ ਕੋਲ ਇਹਨਾਂ ਦਾ ਸਮ ਕਰਕੇ ਜੋ ਆਨਸਰ ਆਊਗਾ ਉਹ ਬਣੂਗਾ ਆਪਣੇ ਕੋਲ 6.643 ਡਿਵਾਈਡ ਬਾਈ 5, ਠੀਕ ਆ। ਇਹ ਬਣ ਗਿਆ ਆਪਣੇ ਕੋਲ ਇਹਨਾਂ ਸਾਰਿਆਂ ਦਾ ਸਮ ਕਰਕੇ ਡਿਵਾਈਡ ਬਾਈ 5। ਇਸ ਨੂੰ ਡਿਵਾਈਡ ਕਰਕੇ ਜੋ ਆਨਸਰ ਆਊਗਾ 1.3286, ਇਹ ਬਣ ਗਿਆ ਆਪਣੇ ਕੋਲ। ਉਸ ਤੋਂ ਬਾਅਦ ਹੁਣ ਆਪਾਂ ਰੂਲ ਅਪਲਾਈ ਕਰਾਂਗੇ ਰਾਊਂਡਿੰਗ ਆਫ ਦਾ। ਆਪਾਂ ਇਹਨੂੰ ਦੇਖੋ ਸਮ ਕੀਤਾ ਨਾ ਇੱਥੇ ਆਪਾਂ, ਜਾਂ ਆਪਾਂ ਕਹਿ ਸਕਦੇ ਹਾਂ ਇਹਨਾਂ ਦਾ ਸਮ ਜਦੋਂ ਕੀਤਾ, ਸਮ ਕਰਨ ਦੇ ਵਿੱਚ ਆਪਾਂ ਕੀ ਰੂਲ ਵੇਖਦੇ ਹੁੰਦੇ ਹਾਂ ਕਿ ਡੈਸੀਮਲ ਤੋਂ ਬਾਅਦ ਕਿੰਨੇ ਡਿਜਿਟ ਆ। ਸਾਰਿਆਂ ਦੇ 3 ਹੀ ਆ, ਆਪਾਂ ਇੱਥੇ ਵੀ ਕੀ ਰੱਖਾਂਗੇ 3 ਡਿਜਿਟ। ਇਹਨੂੰ ਰਾਊਂਡ ਆਫ ਕਰ ਦਿਓ, ਕਿੰਨਾ ਬਣ ਜੂ 1.326 ਸੀਗਾ, ਆ ਕੀ ਬਣ ਜੂਗਾ 1 ਵੱਧ ਜੂਗਾ 9 ਬਣ ਜੂਗਾ। ਹੁਣ ਇਹ ਵਾਲੀ ਜਿਹੜੀ ਆਪਣੇ ਕੋਲ ਵੈਲਿਊ ਹੈ ਇਹ ਕਿਹੜੀ ਹੋਊਗੀ, ਇਹ ਟਰੂ ਵੈਲਿਊ ਆ, ਠੀਕ ਹੈ। ਜਿਹੜੀ ਮੀਨ ਆ ਇਹ ਟਰੂ ਵੈਲਿਊ ਆ। ਹੁਣ ਨੈਕਸਟ ਆਪਾਂ ਐਬਸੋਲੂਟ ਐਰਰ ਕੈਲਕੂਲੇਟ ਕਰਨੇ ਆ। ਕਿੰਨੇ ਆਉਣਗੇ 5 ਆਉਣਗੇ, ਕਿਉਂਕਿ 5 ਵੈਲਿਊਜ਼ ਆ। ਦੇਖੋ ਕੀ ਆਊਗਾ, ਡੈਲਟਾ D1 ਕੀ ਸੀ ਫਾਰਮੂਲਾ, ਡੈਲਟਾ D1 ਇਕੁਅਲ ਟੂ ਮੀਨ ਵੈਲਿਊ ਚੋਂ ਮਾਈਨਸ ਕਰ ਦਾਂਗੇ ਫਸਟ ਐਕਸਪੈਰੀਮੈਂਟਲ ਵੈਲਿਊ D1,
मतलब 1.329 माइनस फस्ट वैल्यू कितनी है 1.328 माइनस करन तो बाद कितना आ गया 0.001। इसी तरह सैकेंड डेल्टा D2 मीन सेम ही रहूगा, ਆਪਾਂ ਹੁਣ ਸਿੱਧਾ ਹੀ ਲਿਖਣ ਲੱਗੇ ਹਾਂ 1.329 ਸੈਕਿੰਡ ਵੈਲਿਊ ਕਿੰਨੀ ਹੈ 1.330 ਇਕੁਅਲ ਟੂ ਮਾਈਨਸ ਦੇ 0.001। ਇਸੇ ਤਰ੍ਹਾਂ ਥਰਡ ਵੈਲਿਊ 1.329 ਮਾਈਨਸ ਦੇ ਥਰਡ ਵੈਲਿਊ ਕਿੰਨੀ ਆ 1.325 ਇਹ ਬਣ ਜੂ ਮਾਈਨਸ ਦੇ ਪਲੱਸ ਦੇ 0.004। सिमिलरली D4 कितना बन जाऊगा 1.329 माइनस फोर्थ वैल्यू 1.326 ये बन जाऊगा अपने को 0.003 ए प्लस दे ते लास्ट दे विच अपने को D5 कितना बन जाऊगा अपने को 1.329 माइनस फिफ्थ वैल्यू कितनी है अपने को 1.334। ये जो आप सबट्रैक्ट करांगे अपने को कितना बन जाऊगा 0.005। ये की होंगे माइनस दे ये अपने को सारे दे सारे अपने को एब्सोल्यूट एरर आ गए। इस तो बाद हम देखो आप की करना नैक्सट हम आप की करना फाइंड करना मीन एब्सोल्यूट एरर। मीन एब्सोल्यूट एरर का फॉर्मूला जिन्ने भी आप एरर कढ़े उन्होंने मॉड करके उन्होंने मीन कर देंगे। मीन एब्सोल्यूट एरर का फॉर्मूला की सी डेल्टा D1 का मॉड डेल्टा D2 डेल्टा D3 डेल्टा D4 डेल्टा D5 डिवाइड बाय नंबर ऑफ वैल्यूज़। हम इन्होंने सारिया की वैल्यूज़ पुट कर देंगे। फस्ट दी सी अपने को देखो 0.01 माइनस दे 0.001 सैकेंड जो अपने को वैल्यू सी 0.004 004 प्लस थर्ड सी 0.003 फोर्थ वैल्यू से अपने को 0 पॉइंट माइनस दे फिफ्थ 005 का मॉड एक वैल्यू रह गई अपने को वो सी माइनस दी 0.001 का मॉड। ठीक है, ये सारिया आप जो वैल्यूज़ कैलकुलेट कीतियां सी उन्हां दा मॉडुलस करता। हम देखो मॉड का मतलब की हुंदा जिन्नियां भी नैगेटिव वैल्यू सारियां पॉजिटिव हो जाएंगे, कोई नहीं नैगेटिव बचनी क्योंकि अपने को दो वैल्यूज़ आईयां सी जिहड़ियां नैगेटिव सी। देखो एक सी माइनस दे 0.1 एक आ लास्ट वाली वैल्यू माइनस दे 0.5 वाली वैल्यू। हम देखो की होगा अपने को जो आप इन्हां सारियां दा सम करांगे ये सम अपने को बन जू इन्हों प्लस करन तो बाद देखो कितना बन गया 1589 0.014 डिवाइड बाय 5। इसनों जो तुसी डिवाइड करोगे अपने को आंसर बन जाऊगा 0.00225733363 डिवाइड करके अपने को आंसर आ गया। हुण इनू राउंड ऑफ करना किन्ने प्लेस तक देखो 3 प्लेस तक सेम ही कितना बन जाऊगा अपने को देखो राउंड ऑफ करन तो बाद मैं सीधा लिखन लगा 0.002 बचना अपने को। उस तो बाद अपने को की बन जाऊगा रिलेटिव एरर की सी फॉर्मूला डेल्टा D डिवाइड बाय की सीगा मीन वैल्यू। ये सी रिलेटिव एरर कितना है अपने को मीन एब्सोल्यूट एरर 0.002 डिवाइड बाय मीन कितना सी अपने को 1.3
329 ठीक है। इस नूं तुसीं कैलकुलेट कर लेना का वो की होगा अपने को आंसर बन जाना वा। कैलकुलेशन देख लेनी है, जे परसेंटेज कढ़नी है इनू आपां 100 दे नाल मल्टीप्लाई कर देंगे। इस तरह आपां इन्हां फॉर्मूलाज नूं यूज़ करना जो अपने को इस तरह की एग्जाम्पल आती है। ये सारे फॉर्मूले इहदे च यूज़ हो जाएंगे। नैक्सट जो अपने को एग्जाम्पल आ वो एग्जाम्पल अपने को एक्यूरेसी की। नैक्सट एग्जाम्पल अपने को एक्यूरेसी की होंगी है। यदियाँ डेफिनेशन देखो की है एक्यूरेसी की अपने को इट इज़ द एक्सटेंट टू विच आ रिपोर्टड मैजरमेंट अप्रोचेज द ट्रू वैल्यू। ਜਾਂ ਆਪਾਂ ਸਿੰਪਲ ਕਹਿ ਸਕਦੇ ਹਾਂ ਕਿ ਹਾਊ ਕਲੋਜ਼ ਦਾ ਮੈਜ਼ਰ ਵੈਲਿਊਜ਼ ਟੂ ਦਾ ਟਰੂ ਵੈਲਿਊ। ਮਤਲਬ ਜੋ ਵੀ ਆਪਾਂ ਐਕਸਪੈਰੀਮੈਂਟ ਦੇ ਵਿੱਚ ਆਪਣੀ ਵੈਲਿਊ ਮੈਜ਼ਰ ਕੀਤੀ ਆ, ਇਹ ਰਿਕਾਰਡ ਕੀਤੀ ਆ, ਉਹ ਵੈਲਿਊ ਆਪਣੀ ਟਰੂ ਵੈਲਿਊ ਦੇ ਕਿੰਨੇ ਕਲੋਜ਼ ਆ, ਉਸ ਨੂੰ ਆਪਾਂ ਕੀ ਕਹਿ ਦਿੰਦੇ ਆ ਐਕੂਰੇਸੀ। ਜਿਵੇਂ ਆਪਾਂ ਕੀਤੀਆਂ ਸੀ ਐਗਜ਼ਾਮਪਲ ਨਾਲ ਹੀ ਹੁਣੇ ਕਿੰਨੀ ਆਈ ਸੀ ਆਪਣੀ ਟਰੂ ਵੈਲਿਊ 1.329। ਇਹਦੇ ਆ ਜਿਹੜੀਆਂ ਐਕਸਪੈਰੀਮੈਂਟਲ ਵੈਲਿਊ ਡਿਫਰੈਂਟ ਸੀਗੀਆਂ ਨਾ, ਤੇ ਵੈਲਿਊ ਇਹਦੇ ਕਿੰਨੇ ਕਲੋਜ਼ ਜਾਂਦੀਆਂ ਵਾ, ਠੀਕ ਆ, ਉਹ ਆਪਣੀ ਕੀ ਹੁੰਦੀ ਹੈ ਐਕੂਰੇਸੀ। ਨੈਕਸਟ ਪ੍ਰੀਸੈਸ਼ਨ ਆਪਾਂ ਨੂੰ ਕੀ ਦੱਸਦੀ ਆ ਡਿਗਰੀ ਆਫ ਐਗਜ਼ੈਕਟਨੈਸ ਔਰ ਰਿਫਾਈਨਮੈਂਟ ਆਫ ਦਾ ਮੈਜ਼ਰਮੈਂਟ। ਠੀਕ ਹੈ, ਕਿ ਆਪਣੀ ਜੋ ਆਪਣੀ ਐਕਸਪੈਰੀਮੈਂਟਲ ਵੈਲਿਊ ਆ ਜਾਂ ਮੈਜ਼ਰਡ ਵੈਲਿਊ ਆ ਉਹਦੀ ਡਿਗਰੀ ਆਫ ਐਗਜ਼ੈਕਟਨੈਸ ਕਿੰਨੀ ਆ। ਕਹਿਣ ਦਾ ਮਤਲਬ ਇਹ ਆਪਾਂ ਨੂੰ ਇਹ ਵੀ ਦੱਸਦਾ ਵਾ ਕਿ ਜਿਹੜੀ ਆਪਾਂ ਮੈਜ਼ਰਮੈਂਟ ਕੀਤੀ ਆ ਉਹਦੀ ਲਿਮਿਟ ਆਫ ਰੈਜ਼ੋਲੂਸ਼ਨ ਕਿੰਨੀ ਆ। ਹੁਣ ਲਿਮਿਟ ਆਫ ਰੈਜ਼ੋਲੂਸ਼ਨ ਕੀ ਹੁੰਦਾ ਵਾ, ਲਿਮਿਟ ਆਫ ਰੈਜ਼ੋਲੂਸ਼ਨ ਕੀ ਹੁੰਦਾ, ਉਹਦੀ ਘੱਟ ਤੋਂ ਘੱਟ ਮੈਜ਼ਰਮੈਂਟ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਲੀਸਟ ਕਾਊਂਟ। ਲੀਸਟ ਕਾਊਂਟ ਕੀ ਹੁੰਦਾ ਵਾ, ਕਿਸੇ ਵੀ ਇੰਸਟਰੂਮੈਂਟ ਦੀ ਘੱਟ ਤੋਂ ਘੱਟ ਮੈਜ਼ਰਮੈਂਟ। ਜਿਵੇਂ ਆਪਣਾ ਸਕੇਲ ਆ ਸਿੰਪਲ ਸਕੇਲ ਦੀ ਜਿਹੜੀ ਮੈਜ਼ਰਮੈਂਟ ਆ ਉਹ ਕਿੰਨੀ ਆ ਲੀਸਟ 0.1 ਮਿਲੀਮੀਟਰ। ਠੀਕ ਹੈ, 0.1 ਮਿਲੀਮੀਟਰ। ਠੀਕ ਹੈ, 1 ਮਿਲੀਮੀਟਰ ਜਾਂ 0.1 ਸੈਂਟੀਮੀਟਰ ਆਊਗਾ, ਉਹਦੀ ਲੀਸਟ ਕਾਊਂਟ ਆ ਜਿਹੜਾ 1 ਮਿਲੀਮੀਟਰ ਹੁੰਦਾ। ਠੀਕ ਹੈ, ਇਸੇ ਤਰ੍ਹਾਂ ਹੁਣ ਆਪਣੇ ਕੋਲ ਕੀ ਆ ਹਰੇਕ ਇੰਸਟਰੂਮੈਂਟ ਦੀ ਜਿਹੜੀ ਵੈਲਿਊ ਆ ਉਹ ਡਿਫਰੈਂਟ ਹੁੰਦੀ ਆ, ਅਤੇ ਇਹ ਆਪਣੀ ਲਿਮਿਟ ਆਫ ਰੈਜ਼ੋਲੂਸ਼ਨ ਹੁੰਦੀ ਆ ਉਹਦਾ ਲੀਸਟ ਕਾਊਂਟ। ਜਿੰਨਾ ਘੱਟ ਕਿਸੇ ਵੀ ਇੰਸਟਰੂਮੈਂਟ ਦਾ ਲੀਸਟ ਕਾਊਂਟ ਹੋਊਗਾ ਉਹਦੇ 'ਚ ਪ੍ਰੀਸੈਸ਼ਨ ਆ ਜਿਹੜੀ ਉਨੀ ਜ਼ਿਆਦਾ ਹੋਊਗੀ। ਮਤਲਬ ਉਹ ਵੈਲਿਊ ਕੀ ਕਹਾਂਗੇ ਆਪਾਂ ਮੋਰ ਪ੍ਰੀਸਾਈਜ਼। ਸਪੋਜ਼ ਕਰ ਲਓ ਆਪਾਂ ਕਿਸੇ ਦੀ ਮੈਜ਼ਰਮੈਂਟ ਕੀਤੀ, ਆਪਣੇ ਕੋਲ ਆਂਸਰ ਆ ਗਿਆ 0.7 ਸੈਂਟੀਮੀਟਰ। ਫਿਰ ਕਿਸੇ ਹੋਰ ਇੰਸਟਰੂਮੈਂਟ ਨਾਲ ਉਹਦੀ ਮੈਜ਼ਰਮੈਂਟ ਕੀਤੀ 7 to 5 ਸੈਂਟੀਮੀਟਰ। ਹੁਣ ਦੇਖੋ ਇਹਦੀ ਲਿਮਿਟ ਆਫ ਰੈਜ਼ੋਲੂਸ਼ਨ 0.1 ਆ, ਇਹਦੀ ਲਿਮਿਟ ਆਫ ਰੈਜ਼ੋਲੂਸ਼ਨ ਪੁਆਇੰਟ ਤੋਂ ਡੈਸੀਮਲ ਤੋਂ ਬਾਅਦ ਕਿੰਨੇ ਆ 3 ਆ ਨਾ 001। ਠੀਕ ਆ, ਦੋਵਾਂ ਦੀ ਚੋਂ ਕਿਹਦਾ ਲਿਸਟ ਕਾਊਂਟ ਘੱਟ ਆ 0.001। ਠੀਕ ਆ, ਇਸ ਕਰਕੇ ਆਪਾਂ ਕਹਾਂਗੇ ਆਹ ਵਾਲੀ ਜਿਹੜੀ ਵੈਲਿਊ ਆ ਉਹ ਕੀ ਹੋਊਗੀ ਇਹਦੇ ਨਾਲੋਂ ਮੋਰ ਪ੍ਰੀਸਾਈਜ਼ ਹੋਊਗੀ। ਠੀਕ ਹੈ, ਇਹ ਆਪਾਂ ਨੂੰ ਦੱਸਦਾ ਵਾ ਪ੍ਰੀਸੈਸ਼ਨ ਦੇ ਵਿੱਚ ਆਪਾਂ ਦੇਖਦੇ ਹਾਂ ਉਹਦੀ ਡਿਗਰੀ ਆਫ ਐਗਜ਼ੈਕਟਨੈਸ। ਠੀਕ ਹੈ, ਲਿਸਟ ਕਾਊਂਟ ਜਿਹਦਾ ਜਿੰਨਾ ਘੱਟ ਹੋਊਗਾ ਉਹ ਜਿਹੜੀ ਵੈਲਿਊ ਆ ਉਹ ਉਨੀ ਹੀ ਜ਼ਿਆਦਾ ਪ੍ਰੀਸਾਈਜ਼ ਹੋਊਗੀ। ਥੈਂਕਸ।